ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਆਲ ਅਬਾਊਟ ਲਰਨਿੰਗ। ਤਾਂ ਅੱਜ ਪਿਆਰੇ ਬੱਚਿਓ ਅਸੀਂ 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਪਰੀ ਕਥਾਵਾਂ ਸ਼ੁਰੂ ਕਰਨ ਜਾ ਰਹੇ ਹਾਂ। ਪਰੀ ਕਥਾਵਾਂ ਬੇਸਿਕਲੀ ਹੁੰਦੀਆਂ ਕੀ ਨੇ, ਪਹਿਲਾਂ ਆਪਾਂ ਇਸ ਬਾਬਤ ਥੋੜੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਲੋਕ ਕਥਾਵਾਂ ਦਾ ਇੱਕ ਮਹੱਤਵਪੂਰਨ ਅੰਗ ਪਰੀ ਕਥਾਵਾਂ ਹੁੰਦੀਆਂ ਹਨ। ਜਿਵੇਂ ਕਿ ਇਹਨਾਂ ਦੇ ਨਾਂ ਤੋਂ ਹੀ ਸੰਕੇਤ ਮਿਲਦਾ ਹੈ, ਇਹ ਕਹਾਣੀਆਂ ਪਰੀਆਂ, ਸ਼ਹਿਜ਼ਾਦਿਆਂ ਆਦਿ ਬਾਰੇ ਹੁੰਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਇੱਕ ਕਲਪਨਾ ਜਗਤ ਉਸਾਰਿਆ ਹੁੰਦਾ ਹੈ। ਜੋ ਗੱਲ ਸਾਡੇ ਜੀਵਨ ਵਿੱਚ ਅਸੰਭਵ ਜਾਪਦੀ ਹੈ, ਉਹ ਪਰੀ ਕਹਾਣੀਆਂ ਵਿੱਚ ਸੰਭਵ ਹੋ ਜਾਂਦੀ ਹੈ। ਪਰੀ ਕਹਾਣੀਆਂ ਵਿੱਚ ਪਾਤਰ ਕਿਸੇ ਤਲਾਸ਼ ਵਿੱਚ ਤੁਰਦੇ ਹਨ, ਮੁਸ਼ਕਲਾਂ ਝੱਲਦੇ ਹਨ ਅਤੇ ਇਹ ਕਹਾਣੀਆਂ ਮਨੁੱਖੀ ਸੁਭਾਅ ਦੇ ਅਨੇਕਾਂ ਪੱਖਾਂ ਉੱਤੇ ਚਾਨਣਾ ਪਾਉਂਦੀਆਂ ਹਨ। ਇਹਨਾਂ ਵਿੱਚ ਅਪਹੁੰਚ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਅਣਜਾਣੇ ਨੂੰ ਸਾਹਸ ਅਤੇ ਹਿੰਮਤ ਨਾਲ ਜਾਣ ਲਿਆ ਜਾਂਦਾ ਹੈ। ਬੱਚੋ, ਅੱਜ ਅਸੀਂ ਨੀਲ ਕਮਲ ਨਾਂ ਦੀ ਕਹਾਣੀ ਪੜ੍ਹਾਂਗੇ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਇਹ ਚੈਨਲ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਕਰ ਲਵੋ, ਕਿਉਂਕਿ ਮੈਂ ਇਸ ਚੈਨਲ 'ਤੇ ਰੈਗੂਲਰਲੀ ਤੁਹਾਡੇ ਸਿਲੇਬਸ ਦੀਆਂ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹਾਂ ਅਤੇ ਤੁਹਾਨੂੰ ਉਹ ਵੀਡੀਓਜ਼ ਆਸਾਨੀ ਨਾਲ ਅਵੇਲੇਬਲ ਹੋ ਜਾਇਆ ਕਰਨਗੀਆਂ। ਸੋ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ। ਨੀਲ ਕਮਲ। ਇੱਕ ਸ਼ਹਿਰ ਵਿੱਚ ਇੱਕ ਸੁਦਾਗਰ ਅਤੇ ਉਸਦੀ ਪਤਨੀ ਰਹਿੰਦੇ ਸਨ। ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਸੀ। ਇੱਕ ਵਾਰੀ ਜਦੋਂ ਸੁਦਾਗਰ ਵਪਾਰ ਕਰਨ ਲਈ ਚੱਲਿਆ ਤਾਂ ਉਸਦੀ ਪਤਨੀ ਨੇ ਕਿਹਾ, ਤੁਸੀਂ ਜਦੋਂ ਬਾਹਰ ਹੋਵੋਗੇ ਤਾਂ ਤੁਹਾਡੇ ਹਾਲ ਚਾਲ ਦਾ ਮੈਨੂੰ ਕਿਵੇਂ ਪਤਾ ਲੱਗੇਗਾ। ਸੁਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ, ਜਿੰਨਾ ਚਿਰ ਇਹ ਛੁਰੀ ਇੰਜ ਹੀ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈਂ ਠੀਕ ਠਾਕ ਹਾਂ। ਜੇ ਇਸ ਛੁਰੀ ਦਾ ਰੰਗ ਕਾਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈਂ ਬਿਮਾਰ ਹਾਂ। ਜੇ ਇਸ ਛੁਰੀ ਉੱਤੇ ਲਹੂ ਦੀਆਂ ਬੂੰਦਾਂ ਸਿਮ ਆਵਣ ਤਾਂ ਸਮਝ ਲੈਣਾ ਕਿ ਮੈਂ ਮਰ ਗਿਆ ਹਾਂ। ਫਿਰ ਸੁਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ, ਤੁਸੀਂ ਪਿੱਛੋਂ ਇਕੱਲੇ ਹੋਵੋਗੇ, ਤੁਹਾਡੀ ਸੁੱਖ ਸਾਂਦ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ। ਤਦ ਪਤਨੀ ਉਸੇ ਵੇਲੇ ਤਲਾਅ 'ਤੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁੱਲ ਤੋੜ ਲਿਆਈ। ਉਸਨੇ ਇਹ ਫੁੱਲ ਇੱਕ ਕੁੱਜੇ ਵਿੱਚ ਪਾ ਕੇ ਸੁਦਾਗਰ ਨੂੰ ਦਿੱਤਾ ਅਤੇ ਕਿਹਾ, ਜਦੋਂ ਤੱਕ ਇਹ ਨੀਲ ਕਮਲ ਖਿੜਿਆ ਰਹੇਗਾ ਉਦੋਂ ਤੱਕ ਤੁਸੀਂ ਸਮਝਣਾ ਕਿ ਮੈਂ ਠੀਕ ਹਾਂ। ਜੇ ਇਹ ਮੁਰਝਾ ਗਿਆ ਤਾਂ ਸਮਝ ਲੈਣਾ ਕਿ ਮੈਂ ਮੁਸੀਬਤ ਵਿੱਚ ਹਾਂ। ਵਿਦਿਆਰਥੀਓ, ਸੁਦਾਗਰ ਹੁੰਦੇ ਨੇ ਵਪਾਰੀ, ਜੋ ਦੂਸਰੇ ਦੇਸ਼ਾਂ ਵਿੱਚ ਜਾਂ ਨਾਲ ਦੇ ਗੁਆਂਢੀ ਰਾਜਾਂ ਦੇ ਵਿੱਚ ਵਪਾਰ ਕਰਨ ਦੇ ਲਈ ਜਾਂਦੇ ਨੇ। ਅਸੀਂ ਆਮ ਭਾਸ਼ਾ ਦੇ ਵਿੱਚ ਇਹਨਾਂ ਨੂੰ ਵਪਾਰੀ ਕਹਿ ਦਿੰਦੇ ਹਾਂ ਤੇ ਇਸ ਕਥਾ ਦੇ ਵਿੱਚ ਇਸ ਨੂੰ ਸੁਦਾਗਰ ਕਿਹਾ ਗਿਆ। ਇਹ ਬਹੁਤ ਥਾਵਾਂ ਤੇ ਇਹ ਸ਼ਬਦ ਆਵੇਗਾ, ਤੁਸੀਂ ਕਨਫਿਊਜ਼ ਨਹੀਂ ਹੋਣਾ। ਸੁਦਾਗਰ ਇੱਕ ਵਪਾਰੀ ਨੂੰ ਕਿਹਾ ਗਿਆ। ਸੁਦਾਗਰ ਬਹੁਤ ਸਾਰੇ ਹੀਰੇ ਮੋਤੀ ਅਤੇ ਹੋਰ ਮਾਲ ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਿਆ ਗਿਆ। ਉਸਨੇ ਉੱਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ। ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸਦੀ ਨਜ਼ਰ ਨੀਲ ਕਮਲ ਫੁੱਲ ਤੇ ਪਈ। ਉਹ ਫੁੱਲ ਬੜਾ ਖੂਬਸੂਰਤ ਅਤੇ ਤਾਜ਼ਾ ਸੀ। ਰਾਜਾ ਹੈਰਾਨ ਰਹਿ ਗਿਆ ਕਿ ਕਮਲ ਦਾ ਫੁੱਲ ਬਿਨਾਂ ਪਾਣੀ ਤੋਂ ਕਿਵੇਂ ਤਾਜ਼ਾ ਰਹਿ ਸਕਦਾ ਹੈ। ਉਸਨੇ ਸੁਦਾਗਰ ਨੂੰ ਇਸ ਬਾਰੇ ਪੁੱਛਿਆ ਤਾਂ ਸੁਦਾਗਰ ਨੇ ਨੀਲ ਕਮਲ ਦੀ ਖਾਸੀਅਤ ਅਤੇ ਆਪਣੀ ਪਤਨੀ ਦੀ ਸੂਝ-ਬੂਝ ਬਾਰੇ ਦੱਸਿਆ। ਰਾਜੇ ਨੇ ਸੋਚਿਆ, ਸੁਦਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਇਸਤਰੀ ਹੋਵੇਗੀ, ਜਿਸ ਦੀ ਸ਼ਕਤੀ ਦੇ ਸਦਕਾ ਕਮਲ ਦੀ ਸੁੰਦਰਤਾ ਅਤੇ ਤਾਜ਼ਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਇੱਛਾ ਜਾਗੀ। ਉਸਨੇ ਆਪਣੇ ਮਨ ਦੀ ਇੱਛਾ ਆਪਣੇ ਵਜ਼ੀਰ ਨੂੰ ਦੱਸੀ। ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ। ਅਖੀਰ ਸੋਚ ਕੇ ਉਸਨੇ 2 ਚਾਲਾਂ ਚੱਲੀਆਂ। ਇੱਕ ਤਾਂ ਉਸਨੇ ਸੁਦਾਗਰ ਨੂੰ ਹੋਰ 6 ਮਹੀਨੇ ਲਈ ਆਪਣੇ ਰਾਜ ਵਿੱਚ ਠਹਿਰਨ ਲਈ ਮਜਬੂਰ ਕਰ ਲਿਆ। ਦੂਜਾ, ਉਸਨੇ 2 ਫੱਫੇ ਕੁੱਟਣੀਆਂ ਮੰਗਵਾਈਆਂ। ਫੱਫੇ ਕੁੱਟਣੀਆਂ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਇੱਥੇ ਹੀ ਲੈ ਆਉਣਗੀਆਂ, ਉਹਨਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਵੀ ਸ਼ਕਤੀ ਹੈ। ਬੱਚੋ, ਤੁਸੀਂ ਸੋਚ ਰਹੇ ਹੋਵੋਗੇ ਕਿ ਫੱਫੇ ਕੁੱਟਣੀਆਂ ਕੀ ਹੁੰਦੀਆਂ ਨੇ। ਹਾਂਜੀ, ਫੱਫੇ ਕੁੱਟਣੀਆਂ ਇੱਕ ਅਜਿਹੀਆਂ ਔਰਤਾਂ ਹੁੰਦੀਆਂ ਨੇ, ਮੋਮੋ ਠਗਣੀਆਂ ਔਰਤਾਂ ਹੁੰਦੀਆਂ ਨੇ, ਜੋ ਆਪਣੀਆਂ ਮਿੱਠੀਆਂ ਗੱਲਾਂ ਮਾਰ ਕੇ ਦੂਜਿਆਂ ਨੂੰ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਲਝਾ ਲੈਂਦੀਆਂ ਨੇ। ਉਹਨਾਂ ਨੂੰ ਫੱਫੇ ਕੁੱਟਣੀਆਂ ਕਿਹਾ ਜਾਂਦਾ। ਉਹਨਾਂ ਦੋਹਾਂ ਫੱਫੇ ਕੁੱਟਣੀਆਂ ਨੇ ਯੋਜਨਾ ਮੁਤਾਬਕ ਗੇਰੂਏ ਰੰਗ ਦੇ ਕੱਪੜੇ ਪਾਏ ਤੇ ਸੁਦਾਗਰ ਦੇ ਸ਼ਹਿਰ ਵੱਲ ਤੁਰ ਪਈਆਂ। ਸੁਦਾਗਰ ਦੇ ਘਰ ਪਹੁੰਚ ਕੇ ਇੱਕ ਫੱਫੇ ਕੁੱਟਣੀ ਉਸਦੀ ਪਤਨੀ ਨੂੰ ਕਹਿਣ ਲੱਗੀ, ਧੀਏ, ਮੈਂ ਤੇਰੀ ਨਾਨੀ ਦੀ ਭੈਣ ਹਾਂ, ਇਸ ਕਰਕੇ ਮੈਂ ਵੀ ਤੇਰੀ ਨਾਨੀ ਹੋਈ ਤੇ ਇਹ ਮੇਰੀ ਗੁਆਂਢਣ ਹੈ। ਉਸਨੇ ਦੂਜੀ ਫੱਫੇ ਕੁੱਟਣੀ ਵੱਲ ਇਸ਼ਾਰਾ ਕੀਤਾ। ਸੁਦਾਗਰ ਦੀ ਪਤਨੀ ਬੜੀ ਸਿਆਣੀ ਸੀ।
ਉਸਨੇ ਕਿਹਾ, ਮੈਂ ਤਾਂ ਤੁਹਾਨੂੰ ਕਦੀ ਵੇਖਿਆ ਨਹੀਂ। ਫੱਫੇ ਕੁੱਟਣੀ ਬੋਲੀ, ਧੀਏ ਤੂੰ ਉਦੋਂ ਬਹੁਤ ਛੋਟੀ ਸੀ ਜਦੋਂ ਅਸੀਂ ਤੀਰਥਾਂ ਤੇ ਚਲੀਆਂ ਗਈਆਂ ਸਾਂ, ਪਰ ਤੁਸੀਂ ਮੈਨੂੰ ਇੰਨੀ ਛੇਤੀ ਕਿਵੇਂ ਪਛਾਣ ਲਿਆ? ਸੁਦਾਗਰ ਦੀ ਪਤਨੀ ਨੇ ਪੁੱਛਿਆ। ਤੇਰੀ ਠੋਡੀ ਤੇ ਲੱਗੇ ਤਿਲ ਤੋਂ, ਇੱਕ ਫੱਫੇ ਕੁੱਟਣੀ ਨੇ ਜਵਾਬ ਦਿੱਤਾ। ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਔਰਤਾਂ ਝੂਠੀਆਂ ਹਨ, ਕਿਉਂਕਿ ਠੋਡੀ ਵਾਲਾ ਤਿਲ ਤਾਂ ਉਸਨੇ ਉਸੇ ਦਿਨ ਹੀ ਸੁਰਮੇ ਨਾਲ ਬਣਾਇਆ ਸੀ, ਜੋ ਕਿ ਨਕਲੀ ਸੀ। ਉਹ ਫੱਫੇ ਕੁੱਟਣੀਆਂ ਨੂੰ ਕਹਿਣ ਲੱਗੀ, ਬੜੀ ਮਿਹਰਬਾਨੀ, ਤੁਸੀਂ ਦਰਸ਼ਨ ਦਿੱਤੇ। ਤੁਸੀਂ ਬੈਠੋ, ਮੈਂ ਤੁਹਾਨੂੰ ਸਰੋਂ ਦੇ ਸਾਗ ਨਾਲ ਰੋਟੀ ਖਵਾਉਂਦੀ ਹਾਂ। ਉਸਨੇ ਸਾਗ ਦੇ ਵਿੱਚ ਭੰਗ ਮਿਲਾ ਦਿੱਤੀ। ਜਦੋਂ ਫੱਫੇ ਕੁੱਟਣੀਆਂ ਰੋਟੀ ਖਾ ਰਹੀਆਂ ਸਨ ਤਾਂ ਉਹਨਾਂ ਨੂੰ ਭੰਗ ਦਾ ਨਸ਼ਾ ਚੜ੍ਹਨਾ ਸ਼ੁਰੂ ਹੋ ਗਿਆ। ਉਹ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਆਂ। ਅਸੀਂ ਹੁਣ ਰਾਜੇ ਤੋਂ ਬਹੁਤ ਸਾਰਾ ਇਨਾਮ ਲਵਾਂਗੀਆਂ, ਸੁਦਾਗਰ ਦੀ ਪਤਨੀ ਨੂੰ ਅਸੀਂ ਲੈ ਹੀ ਜਾਣਾ ਹੈ। ਥੋੜ੍ਹੀ ਦੇਰ ਬਾਅਦ ਉਹ ਸੌਂ ਗਈਆਂ। ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉੱਥੇ ਉਹ ਫੱਫੇ ਕੁੱਟਣੀਆਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਅਤੇ ਉਹ ਸਾਰਾ ਦਿਨ ਘੂਕ ਸੁੱਤੀਆਂ ਰਹਿੰਦੀਆਂ। ਜਦੋਂ ਕਈ ਦਿਨਾਂ ਤੱਕ ਫੱਫੇ ਕੁੱਟਣੀਆਂ ਵਾਪਸ ਨਾ ਗਈਆਂ ਤਾਂ ਰਾਜੇ ਨੇ 2 ਠੱਗ ਮੰਗਵਾਏ। ਉਹਨਾਂ ਨੂੰ ਸਾਰੀ ਗੱਲ ਦੱਸੀ। ਠੱਗਾਂ ਨੇ ਕਿਹਾ, ਲਓ, ਉਸ ਔਰਤ ਨੂੰ ਇੱਥੇ ਲਿਆਉਣਾ ਕਿਹੜੀ ਔਖੀ ਗੱਲ ਹੈ, ਸਾਡੇ ਅੱਗੇ ਤਾਂ ਵੱਡੇ ਵੱਡੇ ਪਾਣੀ ਭਰਦੇ ਨੇ। ਉਹ ਦੋਵੇਂ ਠੱਗ ਸੁਦਾਗਰਾਂ ਦਾ ਭੇਸ ਧਾਰ ਕੇ ਸੁਦਾਗਰ ਦੀ ਪਤਨੀ ਕੋਲ ਪਹੁੰਚੇ। ਉਹਨਾਂ ਨੇ ਜਾ ਕੇ ਸੁਦਾਗਰ ਦੀ ਪਤਨੀ ਨੂੰ ਕਿਹਾ ਕਿ ਉਸਦਾ ਪਤੀ ਬਿਮਾਰ ਹੈ, ਉਹ ਮੰਜੇ ਤੋਂ ਉੱਠ ਨਹੀਂ ਸਕਦਾ, ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਹੈ। ਸੁਦਾਗਰ ਦੀ ਪਤਨੀ ਉਸੇ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿੱਚੋਂ ਛੁਰੀ ਕੱਢ ਕੇ ਵੇਖਣ ਲੱਗੀ। ਛੁਰੀ ਪੂਰੀ ਤਰ੍ਹਾਂ ਚਮਕ ਰਹੀ ਸੀ। ਉਹ ਸਮਝ ਗਈ ਕਿ ਉਹ ਦੋਵੇਂ ਬੰਦੇ ਠੱਗ ਹਨ। ਉਸਨੇ ਬਾਹਰ ਆ ਕੇ ਠੱਗਾਂ ਨੂੰ ਕਿਹਾ, ਤੁਸੀਂ ਥੱਕੇ ਆਏ ਹੋ, ਕੁਝ ਖਾ ਪੀ ਲਓ, ਨਾਲੇ ਮੈਂ ਵੀ ਤਿਆਰ ਹੋ ਜਾਂਦੀ ਹਾਂ। ਉਸਨੇ ਠੱਗਾਂ ਨੂੰ ਵੀ ਉਹੀ ਭੰਗ ਦੇ ਪਕੌੜੇ ਖਵਾ ਦਿੱਤੇ। ਠੱਗ ਪਕੌੜੇ ਖਾ ਕੇ ਉਲ-ਜਲੂਲ ਬੋਲਣ ਲੱਗ ਪਏ। ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਦੂਜੀ ਕੋਠੜੀ ਵਿੱਚ ਬੰਦ ਕਰ ਦਿੱਤਾ। ਉਹ ਉਹਨਾਂ ਨੂੰ ਵੀ ਉਹੀ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਤੇ ਉਹ ਸਾਰਾ ਦਿਨ ਊਂਘਦੇ ਰਹਿੰਦੇ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਕਿਹਾ, ਜਾਪਦਾ ਹੈ ਕਿ ਠੱਗ ਵੀ ਆਪਣੇ ਮੰਤਵ ਵਿੱਚ ਕਾਮਯਾਬ ਨਹੀਂ ਹੋਏ, ਹੁਣ ਆਪਾਂ ਦੋਵੇਂ ਚੱਲਦੇ ਹਾਂ। ਤਦ ਰਾਜਾ ਅਤੇ ਵਜ਼ੀਰ ਸੁਦਾਗਰ ਦੀ ਪਤਨੀ ਦੇ ਬੂਹੇ ਤੇ ਪਹੁੰਚ ਗਏ। ਉਹਨਾਂ ਨੇ ਦਰਵਾਜ਼ਾ ਖੜਕਾਇਆ ਤਾਂ ਸੁਦਾਗਰ ਦੀ ਪਤਨੀ ਬਾਹਰ ਆਈ। ਵਜ਼ੀਰ ਨੇ ਕਿਹਾ ਕਿ ਉਹਨਾਂ ਨੇ ਸੁਦਾਗਰ ਦੀ ਪਤਨੀ ਨੂੰ ਮਿਲਣਾ ਹੈ। ਸੁਦਾਗਰ ਦੀ ਪਤਨੀ ਕੁਝ ਸੋਚ ਕੇ ਕਹਿਣ ਲੱਗੀ, ਮੈਂ ਤਾਂ ਉਹਨਾਂ ਦੀ ਦਾਸੀ ਹਾਂ, ਤੁਸੀਂ ਪਹਿਲਾਂ ਬੈਠੋ, ਭੋਜਨ ਛਕੋ, ਫਿਰ ਤੁਸੀਂ ਮੇਰੀ ਮਾਲਕਣ ਨੂੰ ਮਿਲ ਲੈਣਾ। ਇਸ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਵਾਉਣ ਲੱਗ ਪਈ। ਜਦੋਂ ਉਹ ਪਾਣੀ, ਸਬਜ਼ੀ ਜਾਂ ਰੋਟੀ ਲੈ ਕੇ ਆਉਂਦੀ ਤਾਂ ਹਰ ਵਾਰ ਭੇਸ ਵਟਾ ਕੇ ਆਉਂਦੀ। ਰਾਜਾ ਤੇ ਵਜ਼ੀਰ ਇਹੀ ਸਮਝਦੇ ਰਹੇ ਕਿ ਇਹ ਸੁਦਾਗਰ ਦੀ ਪਤਨੀ ਦੀਆਂ ਵੱਖ-ਵੱਖ ਦਾਸੀਆਂ ਹਨ ਅਤੇ ਇਹਨਾਂ ਦੀਆਂ ਸ਼ਕਲਾਂ ਆਪਸ ਵਿੱਚ ਮਿਲਦੀਆਂ ਹਨ। ਜਦੋਂ ਸੁਦਾਗਰ ਦੀ ਪਤਨੀ ਦਾਸੀ ਦੇ ਰੂਪ ਵਿੱਚ ਤੀਜੀ ਵਾਰੀ ਆਈ ਤਾਂ ਵਜ਼ੀਰ ਨੇ ਪੁੱਛ ਹੀ ਲਿਆ, ਤੁਹਾਡੀਆਂ ਸਾਰੀਆਂ ਦਾਸੀਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ। ਸੁਦਾਗਰ ਦੀ ਪਤਨੀ ਕਹਿਣ ਲੱਗੀ, ਅਸੀਂ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ। ਵਜ਼ੀਰ ਕਹਿਣ ਲੱਗਾ, ਜੇ ਤੂੰ ਸਾਡਾ ਇੱਕ ਕੰਮ ਕਰਵਾ ਦੇਵੇਂ ਤਾਂ ਮੈਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗਾ। ਉੱਤੋਂ ਖੁਸ਼ ਲੱਗਦੀ ਸੁਦਾਗਰ ਦੀ ਪਤਨੀ ਨੇ ਕਿਹਾ, ਹੁਕਮ ਕਰੋ। ਰਾਜੇ ਨੇ ਕਿਹਾ, ਮੈਂ ਸੁਦਾਗਰ ਦੀ ਪਤਨੀ ਨੂੰ ਆਪਣੇ ਮਹਿਲਾਂ ਵਿੱਚ ਲਿਜਾਣਾ ਚਾਹੁੰਦਾ ਹਾਂ। ਦਾਸੀ ਦੇ ਰੂਪ ਵਿੱਚ ਸੁਦਾਗਰ ਦੀ ਪਤਨੀ ਕਹਿਣ ਲੱਗੀ, ਇਹ ਕੋਈ ਮੁਸ਼ਕਲ ਕੰਮ ਨਹੀਂ, ਤੁਸੀਂ ਇੱਕ ਵੱਡਾ ਸਾਰਾ ਡੋਲਾ ਤਿਆਰ ਕਰੋ ਜਿਸ ਵਿੱਚ ਸਾਡੀ ਮਾਲਕਣ ਅਤੇ ਤਿੰਨੇ ਗੋਲੀਆਂ ਅਸੀਂ ਬੈਠ ਸਕੀਏ। ਪਰ ਸ਼ਰਤ ਇਹ ਹੈ ਕਿ ਤੁਸੀਂ ਰਾਹ ਵਿੱਚ ਡੋਲਾ ਨਾ ਰੋਕਣਾ ਅਤੇ ਨਾ ਹੀ ਸਾਡੀ ਮਾਲਕਣ ਨੂੰ ਬੁਲਾਉਣਾ ਹੈ। ਬਸ ਡੋਲਾ ਮਹਿਲਾਂ ਵਿੱਚ ਜਾ ਕੇ ਹੀ ਖੋਲ੍ਹਣਾ। ਮੈਂ ਸੁਦਾਗਰ ਦੀ ਪਤਨੀ ਨੂੰ ਕਿਵੇਂ ਨਾ ਕਿਵੇਂ ਤਿਆਰ ਕਰਦੀ ਹਾਂ। ਇਹ ਕਹਿ ਕੇ ਉਹ ਅੰਦਰ ਚਲੀ ਗਈ। ਵਜ਼ੀਰ ਨੇ ਡੋਲਾ ਤਿਆਰ ਕਰਵਾ ਕੇ ਲੈ ਆਂਦਾ। ਦਾਸੀ ਬਣੀ ਸੁਦਾਗਰ ਦੀ ਪਤਨੀ ਨੇ ਡੋਲਾ ਵਿਹੜੇ ਵਿੱਚ ਰਖਵਾ ਕੇ ਵਜ਼ੀਰ ਅਤੇ ਰਾਜੇ ਨੂੰ ਵਿਹੜੇ ਤੋਂ ਬਾਹਰ ਭੇਜ ਦਿੱਤਾ। ਤਦ ਉਸਨੇ ਦੋਵਾਂ ਫੱਫੇ ਕੁੱਟਣੀਆਂ ਅਤੇ ਦੋਹਾਂ ਠੱਗਾਂ ਨੂੰ ਭੰਗ ਦੇ ਨਸ਼ੇ ਨਾਲ ਬੇਹੋਸ਼ ਕਰਕੇ ਉਹਨਾਂ ਦੇ ਮੂੰਹ ਸਿਰ ਮੁੰਨ ਕੇ ਅਤੇ ਕਾਲਖ ਮਲ ਕੇ ਡੋਲੇ ਵਿੱਚ ਸੁੱਟ ਦਿੱਤਾ। ਉਹਨਾਂ ਦੇ ਮੂੰਹ ਬੰਨ੍ਹ ਕੇ ਹੱਥ ਪੈਰ ਨੂੜ ਦਿੱਤੇ ਅਤੇ ਡੋਲੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਫਿਰ ਦਾਸੀ ਬਣੀ ਸੁਦਾਗਰ ਦੀ ਪਤਨੀ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ, ਅਸੀਂ ਸਾਰੀਆਂ ਡੋਲੇ ਵਿੱਚ ਬੈਠਣ ਲੱਗੀਆਂ ਹਾਂ,
ਤੁਸੀਂ ਕਹਾਰ ਬੁਲਵਾ ਕੇ ਡੋਲਾ ਲੈ ਚੱਲੋ। ਆਪ ਉਹ ਮੁੜ ਆਪਣੇ ਕਮਰੇ ਅੰਦਰ ਆ ਗਈ। ਰਾਜਾ ਅਤੇ ਵਜ਼ੀਰ ਬੜੇ ਖੁਸ਼ ਸਨ। ਉਹ ਕਾਹਲੀ ਕਾਹਲੀ ਡੋਲੇ ਨੂੰ ਲੈ ਕੇ ਮਹਿਲਾਂ ਵਿੱਚ ਆ ਗਏ। ਜਦੋਂ ਉਹਨਾਂ ਨੇ ਡੋਲਾ ਖੋਲ੍ਹਿਆ ਤਾਂ ਉਹ ਹੱਥ ਮਲਦੇ ਰਹਿ ਗਏ। ਡੋਲੇ ਵਿੱਚ ਤਾਂ ਫੱਫੇ ਕੁੱਟਣੀਆਂ ਅਤੇ ਠੱਗ ਸਨ। ਰਾਜੇ ਨੂੰ ਬੜਾ ਗੁੱਸਾ ਆਇਆ, ਪਰ ਉਹ ਕੀ ਕਰ ਸਕਦਾ ਸੀ। ਅਖੀਰ ਵਜ਼ੀਰ ਨੇ ਇੱਕ ਹੋਰ ਚਾਲ ਚੱਲੀ। ਉਸਨੇ ਰਾਜੇ ਨਾਲ ਸਲਾਹ ਕਰਕੇ ਸੁਦਾਗਰ ਨੂੰ ਬੁਲਾਇਆ ਤੇ ਕਿਹਾ, ਰਾਜਾ ਤੈਥੋਂ ਬਹੁਤ ਖੁਸ਼ ਹੈ। ਉਹ ਆਪਣਾ ਤੈਨੂੰ ਮੰਤਰੀ ਬਣਾਉਣਾ ਚਾਹੁੰਦਾ ਹੈ। ਸੁਦਾਗਰ ਬੜਾ ਪ੍ਰਸੰਨ ਹੋਇਆ। ਤਦ ਵਜ਼ੀਰ ਨੇ ਸੁਦਾਗਰ ਨੂੰ ਕਿਹਾ, ਮੰਤਰੀ ਬਣ ਕੇ ਤੂੰ ਹੁਣ ਇੱਥੇ ਹੀ ਰਹਿਣਾ ਹੈ, ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇੱਥੇ ਹੀ ਬੁਲਾ ਲੈ। ਸੁਦਾਗਰ ਉਸੇ ਵੇਲੇ ਆਪਣੀ ਪਤਨੀ ਕੋਲ ਗਿਆ ਤੇ ਉਸਨੇ ਆਪਣੇ ਮੰਤਰੀ ਬਣਾਏ ਜਾਣ ਦੀ ਗੱਲ ਦੱਸੀ। ਨਾਲ ਹੀ ਰਾਜਧਾਨੀ ਵਿੱਚ ਜਾ ਕੇ ਰਹਿਣ ਦੀ ਗੱਲ ਵੀ ਦੱਸੀ। ਉਸਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਵੀ ਰਾਜੇ ਦੀ ਕੋਈ ਚਾਲ ਹੈ, ਪਰ ਸੁਦਾਗਰ ਦੇ ਸਿਰ ਤੇ ਤਾਂ ਮੰਤਰੀ ਬਣਨ ਦਾ ਭੂਤ ਸਵਾਰ ਹੋ ਚੁੱਕਿਆ ਸੀ। ਉਸਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਹ ਉਸਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ। ਰਾਜੇ ਨੇ ਸੁਦਾਗਰ ਨੂੰ ਮਹਿਲਾਂ ਦੇ ਨੇੜੇ ਹੀ ਇੱਕ ਹਵੇਲੀ ਦੇ ਦਿੱਤੀ। ਸੁਦਾਗਰ ਅਤੇ ਉਸਦੀ ਪਤਨੀ ਉਸ ਹਵੇਲੀ ਵਿੱਚ ਰਹਿਣ ਲੱਗੇ। ਕੁਝ ਦਿਨ ਹੀ ਬੀਤੇ ਸਨ ਕਿ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਕੋਈ ਵਿਧੀ ਬਣਾਵੇ। ਵਜ਼ੀਰ ਨੇ ਸੁਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼, ਜਿਸ ਦਾ ਨਾਂ ਕੁਝ ਹੈ, ਦੀ ਸਖਤ ਲੋੜ ਹੈ। ਉਹ ਉਸਨੂੰ ਕਿਤੋਂ ਲਿਆ ਕੇ ਦੇਵੇ। ਸੁਦਾਗਰ ਬੜੇ ਭਰੋਸੇ ਨਾਲ ਕਹਿਣ ਲੱਗਿਆ ਕਿ ਉਹ ਛੇਤੀ ਹੀ ਇਹ ਵਸਤੂ ਲੈ ਆਵੇਗਾ, ਪਰ ਅਸਲ ਵਿੱਚ ਉਸਨੂੰ ਇਸ ਦੀ ਕੋਈ ਸਮਝ ਨਹੀਂ ਸੀ ਆਈ। ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਰਾਜੇ ਨੇ ਮੈਨੂੰ ਕੋਈ ਅਜੀਬ ਚੀਜ਼ ਲੈਣ ਲਈ ਭੇਜਿਆ ਹੈ। ਪਤਨੀ ਸਮਝ ਗਈ ਕਿ ਇਸ ਵਿੱਚ ਵੀ ਰਾਜੇ ਦੀ ਜ਼ਰੂਰ ਕੋਈ ਚਾਲ ਹੈ। ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਿਲਕੁਲ ਫਿਕਰ ਨਾ ਕਰੇ, ਉਸਨੂੰ ਇਸ ਅਜੀਬ ਚੀਜ਼ ਦਾ ਪਤਾ ਹੈ। ਉਸਨੇ ਆਪਣੇ ਪਤੀ ਦੇ ਨਾਲ ਮਿਲ ਕੇ 2 ਟੋਏ ਪੁੱਟੇ। ਇੱਕ ਟੋਏ ਵਿੱਚ ਗੁੜ ਦਾ ਸ਼ੀਰਾ ਭਰ ਦਿੱਤਾ ਅਤੇ ਦੂਜੇ ਟੋਏ ਵਿੱਚ ਪੰਛੀਆਂ ਦੇ ਖੰਭ ਅਤੇ ਰੂੰ ਆਦਿ ਭਰ ਦਿੱਤੇ। ਫਿਰ ਉਸਨੇ ਆਪਣੇ ਪਤੀ ਨੂੰ ਕਿਹਾ, ਹੁਣ ਤੁਸੀਂ ਬਾਹਰ ਸਭ ਨੂੰ ਦੱਸ ਦੇਵੋ ਕਿ ਤੁਸੀਂ ਕਿਸੇ ਹੋਰ ਦੇਸ਼ ਉਹ ਅਜੀਬ ਚੀਜ਼ ਲੈਣ ਲਈ ਜਾ ਰਹੇ ਹੋ। ਦਿਹਾੜੀ ਭਰ ਤੁਸੀਂ ਬਾਹਰ ਜੰਗਲ ਵਿੱਚ ਰਹਿ ਲਿਆ ਕਰਿਓ ਅਤੇ ਰਾਤੀ ਆ ਕੇ ਘਰ ਸੌਂ ਜਾਇਆ ਕਰਨਾ। ਪਹਿਲੇ ਹੀ ਦਿਨ ਰਾਜੇ ਨੂੰ ਨੌਕਰਾਂ ਚਾਕਰਾਂ ਤੋਂ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਦੂਜੇ ਦੇਸ਼ ਲਈ ਰਵਾਨਾ ਹੋ ਗਿਆ ਹੈ। ਰਾਤੀ ਰਾਜਾ ਸੁਦਾਗਰ ਦੇ ਘਰ ਜਾ ਪਹੁੰਚਿਆ ਅਤੇ ਉਸਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਤਾਂ ਉਸਦੀ ਸੁੱਖ ਸਾਂਦ ਪੁੱਛਣ ਆਇਆ ਹੈ। ਸੁਦਾਗਰ ਦੀ ਪਤਨੀ ਨੇ ਉੱਪਰੋਂ ਬੜੀ ਖੁਸ਼ੀ ਜ਼ਾਹਿਰ ਕੀਤੀ। ਉਹ ਰਾਜੇ ਨੂੰ ਪਾਣੀ ਆਦਿ ਪਿਆਉਣ ਲੱਗੀ। ਇੰਨੇ ਨੂੰ ਸੁਦਾਗਰ ਨੇ ਦਰਵਾਜ਼ਾ ਖੜਕਾਇਆ। ਸੁਦਾਗਰ ਦੀ ਪਤਨੀ ਨੇ ਪੁੱਛਿਆ ਕਿ ਉਹ ਵਾਪਸ ਕਿਉਂ ਆ ਗਿਆ ਹੈ, ਤਾਂ ਉਸਨੇ ਕਿਹਾ ਕਿ ਉਹ ਆਪਣੀ ਤਲਵਾਰ ਘਰ ਭੁੱਲ ਗਿਆ ਸੀ। ਜਦ ਸੁਦਾਗਰ ਦੀ ਪਤਨੀ ਦਰਵਾਜ਼ਾ ਖੋਲ੍ਹਣ ਲੱਗੀ ਤਾਂ ਰਾਜੇ ਨੇ ਕਿਹਾ, ਮੈਨੂੰ ਕਿਤੇ ਛੁਪਾ ਦੇ, ਨਹੀਂ ਤਾਂ ਮੇਰੀ ਬੜੀ ਬਦਨਾਮੀ ਹੋਵੇਗੀ। ਸੁਦਾਗਰ ਦੀ ਪਤਨੀ ਨੇ ਸੀਰੇ ਵਾਲੇ ਟੋਏ ਵਿੱਚ ਰਾਜੇ ਨੂੰ ਛੁਪਾ ਦਿੱਤਾ। ਜਦੋਂ ਰਾਜਾ ਸੀਰੇ ਵਾਲੇ ਟੋਏ ਵਿੱਚ ਛੁਪਿਆ ਤਾਂ ਸ਼ੀਰਾ ਉਸਦੇ ਸਾਰੇ ਸਰੀਰ ਨੂੰ ਚਿੰਬੜ ਗਿਆ ਤੇ ਉਹ ਘਬਰਾ ਕੇ ਬਾਹਰ ਨਿਕਲ ਆਇਆ। ਸੁਦਾਗਰ ਦੀ ਪਤਨੀ ਨੇ ਉਸਨੂੰ ਖੰਭਾਂ ਵਾਲੇ ਟੋਏ ਵਿੱਚ ਧੱਕਾ ਦੇ ਦਿੱਤਾ। ਨਾਲ ਹੀ ਉਸਨੇ ਦਰਵਾਜ਼ਾ ਵੀ ਖੋਲ੍ਹ ਦਿੱਤਾ। ਸੁਦਾਗਰ ਨੂੰ ਉਸਦੀ ਪਤਨੀ ਨੇ ਦੱਸਿਆ ਕਿ ਹੁਣ ਤੁਹਾਨੂੰ ਬਾਹਰ ਕਿਤੇ ਵੀ ਜਾਣ ਦੀ ਲੋੜ ਨਹੀਂ, ਕਿਉਂਕਿ ਮੈਂ ਕੁਝ ਫੜ ਲਿਆ ਹੈ। ਦੋਹਾਂ ਨੇ ਖੰਭਾਂ ਵਾਲੇ ਟੋਏ ਵਿੱਚੋਂ ਰਾਜੇ ਨੂੰ ਜਦ ਬਾਹਰ ਕੱਢਿਆ ਤਾਂ ਰਾਜੇ ਦੇ ਸਾਰੇ ਸਰੀਰ ਤੇ ਖੰਭ ਚਿੰਬੜੇ ਹੋਏ ਸਨ। ਉਸਨੂੰ ਪਛਾਣਨਾ ਬਹੁਤ ਔਖਾ ਸੀ। ਸੁਦਾਗਰ ਨੇ ਵੀ ਉਸਨੂੰ ਨਾ ਪਛਾਣਿਆ। ਰਾਜਾ ਡਰ ਦੇ ਮਾਰੇ ਕੁਝ ਬੋਲ ਵੀ ਨਾ ਸਕਿਆ। ਸੁਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਕਿ ਇਸ ਨੂੰ ਵਜ਼ੀਰ ਦੇ ਹਵਾਲੇ ਕਰੋ। ਸੁਦਾਗਰ ਰਾਜੇ ਨੂੰ ਵਜ਼ੀਰ ਕੋਲ ਲੈ ਗਿਆ ਅਤੇ ਕਿਹਾ, ਇਹ ਲਓ ਆਪਣਾ ਕੁਝ, ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਜਦੋਂ ਸੁਦਾਗਰ ਘਰ ਆ ਗਿਆ ਤਾਂ ਰਾਜਾ ਉੱਚੀ ਉੱਚੀ ਰੋਣ ਲੱਗ ਪਿਆ। ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ। ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਬਾ ਕੀਤੀ। ਦੂਜੇ ਦਿਨ ਸਵੇਰੇ ਦਰਬਾਰ ਵਿੱਚ ਸੁਦਾਗਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਉਸਨੇ ਕੁਝ ਮਤਲਬ ਜਿਹੜੀ ਅਜੀਬ ਚੀਜ਼ ਰਾਜੇ ਨੇ ਉਸਨੂੰ ਲੈਣ ਭੇਜਿਆ ਸੀ ਉਹ ਵਜ਼ੀਰ ਨੂੰ ਸੌਂਪ ਦਿੱਤੀ ਹੈ। ਰਾਜੇ ਨੇ ਕਿਹਾ ਕਿ ਉਸਨੇ ਉਹ ਵੇਖ ਲਿਆ ਹੈ। ਉਸਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਤਦ ਸੁਦਾਗਰ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਕਦੇ ਸਾਡੇ ਘਰ ਵੀ ਚਰਨ ਪਾਓ
ਤਾਂ ਰਾਜੇ ਦੀ ਥਾਂ ਵਜ਼ੀਰ ਕਹਿਣ ਲੱਗਿਆ ਕਿ ਰਾਜਾ ਸਾਹਿਬ ਨੇ ਕਿਸੇ ਦੇ ਵੀ ਘਰੇ ਨਾ ਜਾਣ ਦੀ ਕਸਮ ਖਾਧੀ ਹੋਈ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਤਾਂ ਸੀ ਸਾਡੀ ਪਰੀ ਕਥਾ ਨੀਲ ਕਮਲ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੁਦਾਗਰ ਜੋ ਇੱਕ ਵਪਾਰੀ ਹੁੰਦਾ ਹੈ, ਉਸ ਦੀ ਪਤਨੀ ਕਿਸ ਤਰ੍ਹਾਂ ਆਪਣੀ ਸੂਝ-ਬੂਝ ਦੇ ਨਾਲ ਇੱਕ ਚਲਾਕ ਰਾਜਾ ਅਤੇ ਉਸ ਦੁਆਰਾ ਭੇਜੀਆਂ ਗਈਆਂ 2 ਫੱਫੇ ਕੁੱਟਣੀਆਂ ਅਤੇ 2 ਠੱਗਾਂ ਨੂੰ ਕਿਸ ਤਰ੍ਹਾਂ ਸਿੱਧੇ ਕਰਦੀ ਹੈ, ਜੋ ਉਸ ਦੇ ਨਾਲ ਚਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਸਨ, ਪਰੰਤੂ ਉਹ ਖੁਦ ਹੀ ਇੱਕ ਚਾਲ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਓ, ਤੁਹਾਨੂੰ ਇਹ ਪਰੀ ਕਥਾ ਕਿਵੇਂ ਲੱਗੀ? ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਗੁੱਡ ਬਾਏ।